ਮਲੇਰਕੋਟਲਾ शुरू तो ही एक इतिहासिक शहर है, हिस्टोरिकल शहर है। जिथे इत्थे बाबा हज़रत शेख जी की दरगाह है, उत्थे ही साडे नामधारी शहीदी स्मारक है जिहड़ा दुनिया दे विच किते नहीं हैगा। आपां जे देखिए इतिहास दीयां नज़रां दे विच ते 1454 ईस्वी दे विच बाबा जी ने इस शहर की बुनियाद रखी। ਜਦੋਂ ਕੋਈ ਮਹਿਮਾਨ ਆਦਾ ਸੀਗਾ ਸ਼ਹਿਰ ਦੇ ਅੰਦਰ ਤਾਂ ਨਵਾਬ ਸਾਹਿਬ ਉਸ ਮਹਿਮਾਨ ਨੂੰ ਇਸੇ ਬਾਜ਼ਾਰ ਦੇ ਵਿੱਚ ਦੀ ਲੈ ਕੇ ਲੰਘਦੇ ਸੀਗੇ। दुनिया मंदिर मस्जिद के चक्कर दे विच लड़ के अद्धी दुनिया खत्म हो रही या अद्धी दुनिया हो जाऊगी, लेकिन मलेरकोटला की खुशकिस्मती है कि साडी दो थां ते मंदिर और मस्जिद की दीवार सांझी है। ਮੈਨੂੰ ਨਹੀਂ ਪਤਾ ਬਾਹਰ ਕਿੱਦਾਂ ਦੀਆਂ ਗੱਲਾਂ ਨੇ, ਪਰ ਇੱਥੇ ਦਾ ਮਾਹੌਲ ਸਦੀਆਂ ਤੋਂ ਹਰ ਤਰ੍ਹਾਂ ਦੇ ਨਾਲ ਭਰਪੂਰ ਮੁਹੱਬਤ ਵਾਲਾ ਹੈ। ਦਸੰਬਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਆਰਸੂ। ਸੋ ਅੱਜ ਅਸੀਂ ਮੌਜੂਦ ਆ ਗੁਰੂਆਂ ਪੀਰਾਂ ਦੀ ਧਰਤੀ ਮਲੇਰਕੋਟਲਾ ਦੇ ਵਿੱਚ, ਜਿਹਨੂੰ ਕਿ ਇੱਕ ਇਤਿਹਾਸਿਕ ਸ਼ਹਿਰ ਵੀ ਕਿਹਾ ਜਾਂਦਾ ਹੈ। ਬਹੁਤ ਸਾਰੇ ਇਤਿਹਾਸ ਇਸ ਸ਼ਹਿਰ ਦੇ ਨਾਲ ਜੁੜੇ ਹੋਏ ਨੇ। ਅੱਜ ਅਸੀਂ ਇਸ ਸ਼ਹਿਰ ਦੇ ਉਸ ਬਾਜ਼ਾਰ ਦੇ ਵਿੱਚ ਮੌਜੂਦ ਆ ਜਿੱਥੇ ਇਸ ਬਾਜ਼ਾਰ ਦਾ ਨਾਮ ਤੁਹਾਨੂੰ ਦੱਸ ਦਿੰਨੀ ਆ। ਸਭ ਤੋਂ ਪਹਿਲਾਂ ਤਾਂ ਬੇਸਿਕਲੀ ਤੁਸੀਂ ਨੇ ਮੇਰੇ ਨਾਲ ਜੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਇੱਕ ਪੁਰਾਣਾ ਬਾਜ਼ਾਰ ਜਿਹੜਾ ਹੈ ਤੁਹਾਨੂੰ ਇੱਥੇ ਨਜ਼ਰ ਆ ਰਿਹਾ ਹੈ। ਇਸ ਬਾਜ਼ਾਰ ਨੂੰ ਮੋਤੀ ਬਾਜ਼ਾਰ ਕਿਹਾ ਜਾਂਦਾ ਹੈ। ਪੁਰਾਣੀਆਂ ਦੀਵਾਰਾਂ ਤੁਸੀਂ ਦੇਖ ਸਕਦੇ ਹੋ। ਇਹ ਜਿਹੜੀਆਂ ਪੁਰਾਣੀਆਂ ਇੱਥੇ ਇਮਾਰਤਾਂ ਨੇ, ਜਿਹੜੀਆਂ ਪੁਰਾਣੇ ਟਾਈਮ ਦੇ ਵਿੱਚ ਕਹਿ ਸਕਦੇ ਇੱਕ ਨਵਾਬੀ ਸ਼ਹਿਰ ਹੈ। ਇਹ ਨਵਾਬ ਦੇ ਟਾਈਮ ਦਾ ਬਣਿਆ ਹੋਇਆ ਹੈ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਨਵਾਬ ਦੇ ਟਾਈਮ ਦੀਆਂ ਜਿਹੜੀਆਂ ਇਮਾਰਤਾਂ ਨੇ ਉਹ ਇੱਥੇ ਮੌਜੂਦ ਨੇ। ਸੋ ਇਸ ਬਾਜ਼ਾਰ ਨੂੰ ਮੋਤੀ ਬਾਜ਼ਾਰ ਕਿਹਾ ਜਾਂਦਾ ਹੈ। ਆਖਿਰਕਾਰ ਇਸ ਬਾਜ਼ਾਰ ਦਾ ਕੀ ਇਤਿਹਾਸ ਹੈ, ਕਦੋਂ ਇਸ ਦੀ ਸਥਾਪਨਾ ਹੋਈ, ਇਸ ਦਾ ਨਾਮ ਮੋਤੀ ਬਾਜ਼ਾਰ ਹੈ ਜਿਹੜਾ ਉਹ ਕਿਵੇਂ ਪਿਆ, ਤੇ ਉਹ ਵੀ ਜਾਣਕਾਰੀ ਆਪਾਂ ਲੈਣੇ ਆ ਇੱਥੋਂ ਦੇ ਹੀ ਰਹਿਣ ਵਾਲਿਆਂ ਤੋਂ ਤੇ ਜਾਣਦੇ ਉਹਨਾਂ ਤੋਂ ਕਿ ਆਖਿਰਕਾਰ ਇਸ ਨਵਾਬੀ ਸ਼ਹਿਰ ਦਾ ਜਿਹੜਾ ਇਤਿਹਾਸ ਕੀ ਹੈ। ਸੋ ਸਾਡੇ ਨਾਲ ਖਾਸ ਗੱਲਬਾਤ ਕਰਨ ਦੇ ਲਈ ਜੁੜੇ ਨੇ ਜ਼ਮੀਰ ਅਲੀ ਜ਼ਮੀਰ ਜੀ। ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। थैंक यू जी, ਤੁਹਾਡਾ ਵੀ ਸਾਡੇ ਸ਼ਹਿਰ ਆਉਣ ਤੇ ਬਹੁਤ-ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਤਾਂ ਬਹੁਤ ਫੇਮਸ ਹੈ ਸਾਡਾ ਇਹ ਸ਼ਹਿਰ ਜਿਹੜਾ ਮਲੇਰਕੋਟਲਾ ਹੈ, ਇਤਿਹਾਸ ਦੇ ਨਾਲ ਜੁੜਿਆ ਹੋਇਆ ਹੈ। ਭਰਪੂਰ ਇਤਿਹਾਸ ਨੇ ਜਿਹੜੇ ਸ਼ਹਿਰ ਦੇ ਨੇ। ਤਾਂ ਅੱਜ ਅਸੀਂ ਜਿਹੜੇ ਥਾਂ ਤੇ ਮੌਜੂਦ ਆ ਮੋਤੀ ਬਾਜ਼ਾਰ, ਇਸ ਬਾਜ਼ਾਰ ਨੂੰ ਕਿਹਾ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਤੇ ਸਾਡੇ ਦਰਸ਼ਕਾਂ ਤੱਕ ਪਹੁੰਚਾਉਣਾ ਚਾਹਾਂਗੇ ਕਿ ਮੋਤੀ ਬਾਜ਼ਾਰ ਦਾ ਨਾਮ ਹੈ ਜਿਹੜਾ ਮੋਤੀ ਬਾਜ਼ਾਰ ਕਿਸ ਤਰ੍ਹਾਂ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮਲੇਰਕੋਟਲਾ शुरू तो ही एक इतिहासिक शहर है, हिस्टोरिकल शहर है। जिथे इत्थे बाबा हज़रत शेख जी की दरगाह है, उत्थे ही साडे नामधारी शहीदी स्मारक है जिहड़ा दुनिया दे विच किते नहीं हैगा। और साडी एशिया की जिहड़ी ईदगाह है और ये साडे जिहड़े होर जिहड़ी रियासती बिल्डिंगां हन, जिस तरह सिकंदर मंजिल है, दीवान खाना है, इस तरह ही रियासती रिहाइशां दे नाल नाल बाज़ारां दा चलन भी सीगा। साडी फसील जिहड़ी दीवार, साडी बाउंड्री जिथों के दरवाजे, शहर की एंट्री के लिए दरवाजे, ਵੱਖ-ਵੱਖ नामां दे दरवाजे, दिल्ली गेट दरवाज़ा, सरहंदी गेट दरवाज़ा, ये शहर नूं जोड़दे सीगे दूजे एरिए दे नाल, बाहरले इलाकिਆਂ दे नाल। इसे बस्ती दे विच एक बसाया गया बाज़ार सीगा जिथे लोग शॉपिंग मॉल, जिवें अजकल शॉपिंग मॉल करते हैं, ये अहमद अली खान साहब ने बाज़ार बनवाया सीगा। और तकरीबन लगभग ਆਪਾਂ ਜੇ ਦੇਖੀਏ ਇਤਿਹਾਸ ਦੀਆਂ ਨਜ਼ਰਾਂ ਦੇ ਵਿੱਚ ਤੇ 1454 ਈਸਵੀ ਦੇ ਵਿੱਚ ਬਾਬਾ ਜੀ ਨੇ ਇਸ ਸ਼ਹਿਰ ਦੀ ਬੁਨਿਆਦ ਰੱਖੀ। ਬੁਨਿਆਦ ਦੇ ਨਾਲ ਨਾਲ ਮਲੇਰਗੜ੍ਹ ਸੀਗਾ, ਉਜੜੀ ਹੋਈ ਇੱਕ ਬਸਤੀ ਸੀ, ਬਸਤੀ ਬਸਾਈ ਗਈ। ਜਦੋਂ ਬਸਤੀ ਬਸ ਗਈ ਫਿਰ ਖਰੀਦੋ ਫਰੋਖਤ ਦੀ ਵੀ ਜ਼ਰੂਰਤ ਪਈ ਤੇ ਫਿਰ ਉਹਨੂੰ ਲੈ ਕੇ ਅਹਿਮਦ ਅਲੀ ਖਾਨ ਸਾਹਿਬ ਨੇ ਇਸ ਦੀ ਬੁਨਿਆਦ ਰੱਖੀ 1901 ਦੇ ਵਿੱਚ। 1901 ਦੇ ਵਿੱਚ ਇਸ ਦੀ ਬੁਨਿਆਦ ਰੱਖੀ। 1903 ਵਿੱਚ ਇਹ ਬਾਜ਼ਾਰ ਕੰਪਲੀਟ ਹੋਇਆ। 1903 ਈਸਵੀ ਦੇ ਵਿੱਚ ਇਹ ਬਾਜ਼ਾਰ ਮੁਕੰਮਲ ਹੋਇਆ ਤੇ ਫਿਰ ਜਿਹੜੇ ਲੋਕ ਉਰੇ ਵਸਦੇ ਸੀਗੇ ਉਹਨਾਂ ਨੂੰ ਮਾਰਕੀਟ ਦੇ ਤੌਰ ਤੇ ਦੁਕਾਨਾਂ ਦਿੱਤੀਆਂ ਗਈਆਂ। ਜ਼ਿਆਦਾਤਰ ਹੋਰ ਤਾਂ ਕੁਝ ਜ਼ਿਆਦਾ ਨਹੀਂ ਵਿਕਦਾ ਸੀਗਾ। ਮਿੱਠੇ ਵਜੋਂ ਸ਼ੱਕਰ ਵਿਕਦੀ ਸੀ, ਗੁੜ ਵਿਕਦਾ ਸੀ, ਕੱਪੜਾ ਵਿਕਦਾ ਸੀ, ਖਾਦੀ ਦੇ ਕੱਪੜੇ ਵਿਕਦੇ ਥੇ। ਇਹਨਾਂ ਤੇ ਸਮਾਨ ਵੀ ਨਹੀਂ ਹੁੰਦਾ ਦਾ ਜਿਹੜਾ ਵਰਤਨਯੋਗ ਹੋਵੇ, ਬਹੁਤ ਘੱਟ ਵਰਤਨਯੋਗ ਸਮਾਨ ਹੁੰਦਾ ਸੀ। ਬਰਤਨ ਦਾ ਬਾਜ਼ਾਰ ਆਪਾਂ ਇਹਨੂੰ ਸ਼ੁਰੂ ਤੋਂ ਲੈ ਲਈਏ ਤੇ ਫਿਰ ਬਾਬਾ ਜੀ ਦੇ ਮੱਥਾ ਟੇਕਣ ਵਾਲੇ ਜ਼ਾਇਰੀਨ ਆਉਣ ਲੱਗੇ। ਉਹ ਸ਼ਰਧਾਲੂ ਸ਼ਹਿਰ ਦੇ ਵੱਖ-ਵੱਖ ਗਿਫਟ ਦੇ ਤੌਰ ਤੇ ਕੋਈ ਚੀਜ਼ਾਂ ਲਿਜਾਂਦੇ ਰਹੇ
ਤੇ ਕੁਝ ਲਿਆ ਕੇ ਵੇਚਦੇ ਰਹੇ। ਅਗਰ ਕੋਈ ਲਿਆ ਕੇ ਵੇਚਦਾ ਸੀ ਤਾਂ ਵੀ ਇੱਥੇ ਹੀ ਵੇਚਦਾ ਸੀ, ਅਗਰ ਖਰੀਦ ਕੇ ਲੈ ਕੇ ਜਾਂਦਾ ਤਾਂ ਵੀ ਇੱਥੇ ਹੀ ਲੈ ਕੇ ਜਾਂਦਾ। ਇਸ ਬਾਜ਼ਾਰ ਦੀ ਜਿਹੜੀ ਸਥਾਪਨਾ 1901 ਦੇ ਵਿੱਚ ਸ਼ੁਰੂਆਤ ਕੀਤੀ ਗਈ ਸੀ ਤੇ ਮੁਕੰਮਲ 1903 3 ਵਿੱਚ ਜਾ ਕੇ ਕੰਪਲੀਟ ਹੋਇਆ। ਇਹ ਦੁਕਾਨਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇੱਕ ਨਕਸ਼ੇ ਦੇ ਤੌਰ ਤੇ, ਜਿਸ ਤਰ੍ਹਾਂ ਕਿ ਆਪਾਂ ਜੈਪੁਰ ਦਾ ਨਕਸ਼ਾ ਦੇਖਦੇ ਹਾਂ, ਦੂਜੀਆਂ ਰਿਆਸਤਾਂ ਦੀ ਰੀਸ ਜਿਹੜੀ ਹੈ ਸਾਡੀ ਰਿਆਸਤ ਨੇ ਕੀਤੀ, ਭਾਵੇਂ ਹੀ ਛੋਟੀ ਰਿਆਸਤ ਸੀਗੀ, ਬੜੀ ਥੋੜੀ ਰਿਆਸਤ ਦਾ ਇਹ ਦਰਜਾ ਰੱਖਦਾ ਥਾ, ਲੇਕਿਨ ਵੱਡੇ ਵੱਡੇ ਨਵਾਬਾਂ ਦੇ ਨਾਲ ਸਾਡਾ ਜਿਹੜਾ ਚਲਨ ਰਿਹਾ। ਜਿਸ ਤਰ੍ਹਾਂ ਕਿ ਜੈਪੁਰ ਦੀ ਰਿਆਸਤ ਦੇ ਵਿੱਚ ਇਸ ਇਕਸਾਰ ਦਾ ਪਿੰਕ ਕਲਰ ਦਾ ਬਾਜ਼ਾਰ, ਉਸੇ ਤਰ੍ਹਾਂ ਹੀ ਸਾਡੇ ਸ਼ਹਿਰ ਦਾ ਜਿਹੜਾ ਹੈ ਕਿ ਬਾਜ਼ਾਰ ਬਣਿਆ ਇਕਸਾਰ ਦੇ ਨਕਸ਼ੇ ਤੇ, ਇਕਸਾਰ ਦੀਆਂ ਦੁਕਾਨਾਂ ਔਰ ਇਕਸਾਰ ਜਿਹੀ ਦੀ ਰੌਸ਼ਨੀ। ਤੁਸੀਂ ਪੁਰਾਣੀਆਂ ਦੁਕਾਨਾਂ ਦੇ ਵਿੱਚ ਦੇਖੋ ਸਾਈਡਾਂ ਤੇ ਨਾ ਆਲੇ ਦੁਆਲੇ ਲੈਂਪ ਲੱਗੇ ਹੋਏ ਸੀਗੇ, ਉਹ ਰੌਸ਼ਨੀ ਦਾ ਪ੍ਰਗਟਾਵਾ ਕਰਦੇ ਸੀ। ਜਦੋਂ ਜਿਸ ਤਰ੍ਹਾਂ ਨਾ ਦੇਖ ਰਹੇ ਹਾਂ ਅਸੀਂ ਕਿ ਨੀਚੇ ਦੁਕਾਨਾਂ ਬਣੀਆਂ ਹੋਈਆਂ ਨੇ ਤੇ ਉੱਪਰ ਪ੍ਰੋਪਰਲੀ ਆਪਾਂ ਦੇਖ ਰਹੇ ਹਾਂ ਕਿ ਜੋ ਪੁਰਾਣੀਆਂ ਇਮਾਰਤਾਂ ਨੇ, ਪੁਰਾਣੀਆਂ ਜਿਹੜੀਆਂ ਖਿੜਕੀਆਂ ਨੇ ਉਸ ਤਰ੍ਹਾਂ ਹੀ ਮੁਕੰਮਲ ਨੇ ਤੇ ਇਹ ਨਕਸ਼ਾ ਇਸ ਤਰ੍ਹਾਂ ਹੀ ਮਤਲਬ ਹੁਣ ਤੱਕ ਕਾਇਮ ਕਿਸ ਤਰ੍ਹਾਂ ਹੈ? ਜੇ ਇਹਨੂੰ ਤੁਸੀਂ ਕਾਇਮ ਕਰਨੇ ਹੋ ਫਿਰ ਤੇ ਇਧਰਲੇ ਪਾਸੇ ਤਾਂ ਦੇਖਿਓ ਹੀ ਨਾ, ਕਿਉਂਕਿ ਉਹ ਹੈ ਡਿਜੀਟਲ। ਉਹ ਪੁਰਾਣੀ ਬਿਲਡਿੰਗ ਦੇ ਵਿੱਚ ਏਸੀ ਲੱਗ ਕੇ ਇਸ ਗੱਲ ਦਾ ਪ੍ਰਗਟਾਵਾ ਕਰਦਾ ਹੈ ਕਿ ਵਾਕਈ ਉਹਨਾਂ ਨੇ ਸੰਭਾਲ ਰੱਖੀ ਹੈ। ਜੇ ਤੁਸੀਂ ਇਧਰੋਂ ਦੇਖੋ, ਇਧਰ ਲੈਣ ਤਾਂ ਫਿਕਰ ਹੀ ਨਹੀਂ ਕੀਤਾ ਕੋਈ ਵੀ, ਨਾ ਗਵਰਨਮੈਂਟ ਨੇ ਨਾ ਮਾਲਕਾਂ ਨੇ, ਹਨਾ। ਜਿਵੇਂ ਨੀਚੇ ਦੁਕਾਨਾਂ ਬਣਾਈਆਂ ਹੋਈਆਂ ਨੇ, ਪਰਮਿਸ਼ਨ ਲੈਣੀ ਪੈਂਦੀ ਹੋਣੀ ਹੈ ਦੁਕਾਨਾਂ ਬਣਾਉਣ ਲਈ? ਨਹੀਂ, ਹੁਣ ਕੋਈ ਪਰਮਿਸ਼ਨ ਦੀ ਲੋੜ ਨਹੀਂ। ਹੁਣ ਤੇ ਸਰਕਾਰ ਨੇ ਆਜ਼ਾਦ ਛੱਡਿਆ ਹੋਇਆ ਹੈ, ਜਿਹੜਾ ਮਰਜ਼ੀ ਢਾ ਦਿਓ, ਜਿਹੜਾ ਮਰਜ਼ੀ ਬਣਾ ਲਓ। ਪਹਿਲਾਂ ਇੱਕ ਹੁੰਦਾ ਸੀਗਾ ਚਲਨ ਗਵਰਨਮੈਂਟ ਦੇ ਤੌਰ ਤੇ, ਨਵਾਬਾਂ ਦੇ ਦੌਰ ਦੇ ਵਿੱਚ ਤੁਸੀਂ ਇਹਨੂੰ ਛੇੜਛਾੜ ਨਹੀਂ ਕਰ ਸਕਦੇ ਸੀਗੇ। ਅਗਰ ਇਹਦੀ ਮੇਨਟੇਨੈਂਸ ਵੀ ਕਰਾਣੀ ਹੈ ਤੇ ਗਵਰਨਮੈਂਟ ਤੋਂ ਪਰਮਿਸ਼ਨ ਲੈ ਕੇ ਨਕਸ਼ੇ ਦੇ ਤਹਿਤ ਹੀ ਕਰਾਣੀ ਪਏਗੀ। ਜਿਵੇਂ ਆਪਾਂ ਦੇਖਦੇ ਹਾਂ ਕਿ ਨਾ ਇੱਕ ਇਮਾਰਤਾਂ ਨੇ, ਬਹੁਤ ਖੂਬਸੂਰਤ ਇਮਾਰਤਾਂ ਨੇ, ਸ਼ਹਿਰ ਹੈ ਜਿਹੜਾ ਭਰਪੂਰ ਇਤਿਹਾਸ ਦੇ ਨਾਲ ਜੁੜਿਆ ਹੋਇਆ ਹੈ। ਜੇ ਇਹਨਾਂ ਇਮਾਰਤਾਂ ਦੀ ਸਾਂਭ ਸੰਭਾਲ ਕਰ ਲਈ ਜਾਵੇ, ਜਿਸ ਤਰ੍ਹਾਂ ਆਪਾਂ ਇੱਥੋਂ ਦੇ ਲੋਕ ਬਾਹਰ ਘੁੰਮਣ ਫਿਰਨ ਜਾਂਦੇ, ਇਤਿਹਾਸਿਕ ਚੀਜ਼ਾਂ ਦੇਖਣ ਜਾਂਦੇ, ਤਾਂ ਲੋਕ ਕਿਤੇ ਨਾ ਕਿਤੇ ਇੱਥੇ ਵੀ ਆਣ। ਨਹੀਂ, ਤੁਹਾਡਾ ਸਵਾਲ ਬਹੁਤ ਅੱਛਾ ਹੈ। ਜਦੋਂ ਕਮਰਸ਼ੀਅਲਾਈਜ਼ ਹੋ ਜਾਂਦਾ ਨਾ ਬੇਟਾ, ਤੇ ਫਿਰ ਉਦੋਂ ਕਿਤੇ ਨਾ ਕਿਤੇ ਸਰਕਾਰ ਵੀ ਥੋੜਾ ਜਿਹਾ ਧਿਆਨ ਹਟਾ ਲੈਂਦੀ ਹੈ ਤੇ ਪਬਲਿਕ ਵੀ ਧਿਆਨ ਹਟਾ ਲੈਂਦੀ ਹੈ। ਇਹ ਜਿਹੜੀਆਂ ਬੁਨਿਆਦਾਂ ਹਨ ਇਹ ਆਪ ਹੀ ਆਪਣੇ ਤੌਰ ਤੇ ਖੜੀਆਂ ਰਹਿ ਜਾਣ। ਹੁਣ ਉਹ ਦਰਵਾਜ਼ਾ ਹੈ ਸਾਹਮਣੇ, ਤੁਸੀਂ ਦਰਵਾਜ਼ਾ ਦੇਖੋ, ਹਨਾ, ਔਰ ਇਹ ਦਰਵਾਜ਼ੇ ਨੂੰ ਕਿਸੇ ਨੇ ਮੇਨਟੇਨੈਂਸ ਨਹੀਂ ਕੀਤਾ, ਮੇਨਟੇਨ ਨਹੀਂ ਕੀਤਾ। ਉਹ ਆਪਣੇ ਤੌਰ ਤੇ ਆਪ ਹੀ ਖੜਾ ਬੋਲ ਰਿਹਾ ਹੈ ਕਿ ਮੈਂ ਕਿਸੇ ਜ਼ਮਾਨੇ ਦੇ ਵਿੱਚ ਮੇਰੀ ਸ਼ਾਨੋ ਸ਼ੌਕਤ ਹੋਏਗੀ, ਹਨਾ, ਨਵਾਬਾਂ ਦੇ ਦੌਰ ਦੇ ਵਿੱਚ। ਸਭ ਤੋਂ ਪਹਿਲਾਂ ਇਸ ਦਾ ਨਾਮ ਮੋਤੀ ਬਾਜ਼ਾਰ ਰੱਖਿਆ ਗਿਆ ਸੀ, ਉਹਦੇ ਨਾਲ ਵੀ ਕੋਈ ਇਤਿਹਾਸ? ਸ਼ੁਰੂ ਮੋਤੀ ਇੱਕ ਹੀਰੇ ਦੇ ਤੌਰ ਤੇ, ਸੁੱਚਾ ਮੋਤੀ ਜਿਵੇਂ ਹੁੰਦਾ ਸਦਫ ਦੇ ਵਿੱਚ ਮੋਤੀ ਪਾਇਆ ਜਾਂਦਾ ਹੈ, ਹਨਾ। ਮੋਤੀ ਨੂੰ ਇਸੇ ਕਾਰਨ ਸ਼ਹਿਰ ਦੇ ਦਰਮਿਆਨ ਦੇ ਵਿੱਚ ਬਾਜ਼ਾਰ ਦਾ ਨਾਮ ਮੋਤੀ ਬਾਜ਼ਾਰ ਇਸੇ ਕਾਰਨ ਰੱਖਿਆ ਗਿਆ ਹੋਏਗਾ ਕਿ ਇਹ ਇੱਕ ਛੁਪਿਆ ਹੋਇਆ ਮੋਤੀ ਦੀ ਤਰ੍ਹਾਂ ਹੋਏਗਾ ਜਾਂ ਚਮਕਦਾ ਹੋਏਗਾ। ਭਾਂਡਿਆਂ ਵਾਲਾ ਬਾਜ਼ਾਰ ਵੀ ਬੜਾ ਫੇਮਸ ਹੈ, ਇਹ ਅਸੀਂ ਦੇਖਦੇ ਹਾਂ ਜਿਵੇਂ ਕਿ ਬੜੇ ਭਾਂਡਿਆਂ ਦੀਆਂ ਦੁਕਾਨਾਂ ਨੇ ਇੱਥੇ, ਤੇ ਭਾਂਡਿਆਂ ਵਾਲਾ ਬਾਜ਼ਾਰ ਕਿਉਂ ਕਿਹਾ ਜਾਂਦਾ? ਹਾਂ, ਬਰਤਨ ਬਾਜ਼ਾਰ ਇਸ ਕਾਰਨ ਕਿਹਾ ਗਿਆ ਸੀਗਾ ਕਿਉਂਕਿ ਹਰ ਇੱਕ ਘਰ ਦੀ ਜ਼ਰੂਰਤ ਬਰਤਨ ਹੈ। ਬਰਤਨ ਖਰੀਦਣ ਦੇ ਲਈ, ਬਰਤਨ ਘਰ ਯੂਜ਼ ਕਰਨ ਦੇ ਲਈ ਲੋਕ ਉਰੇ ਆਉਂਦੇ ਸੀਗੇ। ਦੋ ਰਿਆਸਤੀ ਜਿਹੜੇ ਬਿਜ਼ਨਸ ਸੀਗੇ, ਇੱਕ ਕੱਪੜੇ ਦਾ, ਇੱਕ ਗੁੜ ਦਾ, ਸ਼ੱਕਰ ਦਾ, ਇੱਕ ਬਰਤਨਾਂ ਦਾ। ਮੇਨ ਇਹੀ ਚੀਜ਼ਾਂ ਹੋਇਆ ਕਰਦੀਆਂ ਸੀਗੀਆਂ ਮੈਨੂੰ ਲੱਗਦਾ ਬੇਸਿਕਲੀ, ਕਿਉਂਕਿ ਜਿਸ ਬਾਜ਼ਾਰ ਦੇ ਵਿੱਚ ਆਪਾਂ ਖੜੇ ਹਾਂ ਇਹ ਮੋਤੀ ਬਾਜ਼ਾਰ ਨਹੀਂ ਹੈ, ਇਹ ਗੁੜ ਬਾਜ਼ਾਰ ਹੈ, ਇਹ ਗੁੜ ਮੰਡੀ ਹੈ। ਹਾਂ, ਤੇ ਇਸ ਸਾਈਡ ਤੋਂ ਆ ਜਾਂਦਾ ਹੈ ਬਰਤਨ ਬਾਜ਼ਾਰ ਹੈ। ਇਹ ਚੌਕ ਕੂਲਰ ਵਾਲਾ ਚੌਕ ਕਦੀਮੀ ਚੌਕ ਹੈ ਮੈਨੂੰ ਲੱਗਦਾ, ਔਰ ਇਸੇ ਗੱਲ ਨੂੰ ਹੀ ਡਿਵਾਈਡ ਕਰਦਾ। ਇਹ ਰਸਤਾ ਦਿੱਲੀ ਗੇਟ ਤੋਂ ਆਓ ਤੁਸੀਂ ਤਾਂ ਵੀ ਬਾਬਾ ਜੀ ਦੀ ਦਰਗਾਹ ਨੂੰ ਚਲਾ ਜਾਂਦਾ ਹੈ। ਇਹ ਗੁੜ ਬਾਜ਼ਾਰ ਹੁੰਦਾ ਹੋਇਆ, ਉਸ ਤੋਂ ਅੱਗੇ ਘਾਹ ਮੰਡੀ ਹੈ, ਘਾਹ ਮੰਡੀ ਤੋਂ ਬਾਅਦ ਗੁੜ ਮੰਡੀ, ਗੁੜ ਮੰਡੀ ਤੋਂ ਬਾਅਦ ਬਰਤਨ ਮੰਡੀ, ਬਰਤਨ ਮੰਡੀ ਤੋਂ ਬਾਅਦ ਬਾਬਾ ਜੀ ਦੀ ਦਰਗਾਹ। ਇਹ ਸਾਰਾ ਕੱਪੜੇ ਦਾ ਬਾਜ਼ਾਰ ਸੀਗਾ। ਉਰੇ ਜਿਹੜੇ ਸਾਡੇ ਬਾਨੀਆਂ ਲੋਕ ਬਾਹਰੋਂ ਆ ਕੇ ਵਸਾਏ ਗਏ ਸੀਗੇ, ਉਹ ਖਾਲੀ ਕੱਪੜੇ ਦਾ ਹੀ ਵਪਾਰ ਕਰਦੇ ਸੀ, ਇਸ ਕਾਰਨ ਇਹ ਕੱਪੜੇ ਦਾ ਬਾਜ਼ਾਰ ਸੀਗਾ। ਅੱਗੇ ਚਲੇ ਜਾਓ ਤੁਸੀਂ ਬਾਂਸ ਬਾਜ਼ਾਰ, ਹਨਾ, ਇਹ ਡਿਵਾਈਡ ਕਰਕੇ ਚੱਲੇ ਹੋਏ ਬਾਜ਼ਾਰ ਸੀਗੇ। ਤੇ ਇਧਰ ਬਰਤਨ ਬਾਜ਼ਾਰ, ਇਧਰ ਗੁੜ ਬਾਜ਼ਾਰ, ਉਧਰ ਘਾਹ ਮੰਡੀ, ਇਧਰ ਕੱਪੜੇ ਦਾ ਵਪਾਰ, ਉਧਰ ਬਾਂਸ ਬਾਜ਼ਾਰ, ਉਧਰ ਫਿਰ ਲੋਹਾ ਬਾਜ਼ਾਰ। ਇਹ ਡਿਵਾਈਡ ਕਰਕੇ ਹੋਇਆ ਸੀਗਾ। ਹੁਣ ਤੇ ਐ ਨਹੀਂ ਪਤਾ ਹਲਵਾਈ ਦੀ ਦੁਕਾਨ ਕਿੱਥੇ ਆ, ਭਾਂਡਿਆਂ ਦੀ ਦੁਕਾਨ ਕਿੱਥੇ ਆ। ਇੱਕ ਹੋਰ ਚੀਜ਼ ਦੇਖਦੇ ਹਾਂ ਅਕਸਰ ਅਸੀਂ ਵੀਡੀਓਜ਼ ਦੇ ਵਿੱਚ, ਫਿਲਮਸ ਦੇ ਵਿੱਚ, ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਇਸ ਬਾਜ਼ਾਰ ਦੇ ਬਹੁਤ ਚਰਚੇ ਨੇ। ਜੇ ਕਿਸੇ ਫਿਲਮ ਦੇ ਵਿੱਚ ਪਾਕਿਸਤਾਨੀ ਸੀਨ ਦੇਣਾ ਹੁੰਦਾ ਹੈ ਤਾਂ ਮਲੇਰਕੋਟਲੇ ਦੇ ਵਿੱਚ ਆ ਕੇ ਫਿਲਮ ਸ਼ੂਟ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਆਪਾਂ ਦੇਖਿਆ ਆਲੀਆ ਭੱਟ ਆਪਣੀ ਰਾਜ਼ੀ ਫਿਲਮ ਦੀ ਸ਼ੂਟਿੰਗ ਕਰਨ ਆਈ ਸੀ, ਸੈਫ ਅਲੀ ਖਾਨ, ਕੈਟਰੀਨਾ ਕੈਫ ਫੈਂਟਮ ਦੀ ਫਿਲਮ। ਹਾਂ, ਪਤਾ ਕੀ ਹੈ, ਸਾਡਾ ਸ਼ਹਿਰ ਨਾ ਛੋਟਾ ਜਿਹਾ ਸ਼ਹਿਰ ਹੈ। ਇਸ ਸ਼ਹਿਰ ਦੇ ਵਿੱਚ ਮੁਹੱਬਤ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਤੁਸੀਂ ਹੋਰ ਨਹੀਂ ਕਿਤੇ ਦੇਖਿਆ ਹੋਏਗਾ, ਦੁਨੀਆ ਮੰਦਿਰ ਮਸਜਿਦ ਦੇ ਚੱਕਰ ਦੇ ਵਿੱਚ ਲੜ ਕੇ ਅੱਧੀ ਦੁਨੀਆ ਖਤਮ ਹੋ ਰਹੀ।
ਜਾਂ ਅੱਧੀ ਦੁਨੀਆ ਹੋ ਜਾਊਗੀ। ਲੇਕਿਨ ਮਲੇਰਕੋਟਲਾ ਦੀ ਖੁਸ਼ਕਿਸਮਤੀ ਹੈ ਕਿ ਸਾਡੀ 2 ਥਾਂ ਤੇ ਮੰਦਿਰ ਔਰ ਮਸਜਿਦ ਦੀ ਦੀਵਾਰ ਸਾਂਝੀ ਹੈ। ਔਰ ਸਾਡੇ ਸ਼ਹਿਰ ਦੀ ਇੱਕ ਖਾਸੀਅਤ ਹੋਰ ਹੈ ਕਿ ਜਦੋਂ ਸਾਡੇ ਪੂਰੀਆਂ ਵਾਲੇ ਮਹੱਲੇ ਮੰਦਿਰ ਦੇ ਵਿੱਚ ਆਰਤੀ ਹੁੰਦੀ ਹੈ ਤੇ ਮੁਸਲਮਾਨਾਂ ਦੇ ਬੱਚੇ ਉੱਥੇ ਕ੍ਰਿਕਟ ਖੇਲਣਾ ਬੰਦ ਕਰ ਦਿੰਦੇ ਨੇ। ਜਦੋਂ ਮਗਰਿਬ ਦੀ ਅਜ਼ਾਨ ਹੁੰਦੀ ਹੈ ਤੇ ਹਿੰਦੂਆਂ ਦੇ ਟੈਲੀਵਿਜ਼ਨ ਦੀ ਆਵਾਜ਼ ਬੰਦ ਹੋ ਜਾਂਦੀ ਹੈ। ਇਸ ਕਾਰਨ ਜਿਹੜੇ ਵੱਡੇ ਫਿਲਮ ਮੇਕਰ ਨੇ ਜਾਂ ਜਿਹੜੇ ਵੱਡੇ ਫਿਲਮ ਰਾਈਟਰ ਨੇ ਜਾਂ ਜਿਹੜੇ ਹਿਸਟੋਰੀਅਨ ਨੇ ਉਹ ਇਸ ਕਾਰਨ ਇਸ ਸ਼ਹਿਰ ਤੇ ਆਉਂਦੇ ਨੇ ਕਿ ਉਰੇ ਮਸਜਿਦ ਦੇ ਵਿੱਚੋਂ ਅਜ਼ਾਨ ਵੀ ਗੂੰਜਦੀ ਹੈ, ਉਰੇ ਗੁਰਦੁਆਰੇ ਦੇ ਵਿੱਚੋਂ ਗੁਰਬਾਣੀ ਦਾ ਸ਼ਬਦ ਵੀ ਗੂੰਜਦਾ ਹੈ, ਕਿਉਂਕਿ ਸਾਡਾ ਹਨੂਮਾਨ ਮੰਦਿਰ ਵੀ ਇਤਿਹਾਸਿਕ ਹੈ ਤੇ ਸਾਡੀ ਜਮਾ ਮਸਜਿਦ ਵੀ ਇਤਿਹਾਸਿਕ ਹੈ। ਔਰ ਸਾਡੇ ਉਰੇ ਗੋਸ਼ਤ ਵੀ ਖੁੱਲੇ ਤੌਰ ਤੇ ਹੀ ਵਿਕਦਾ ਹੈ ਤੇ ਸਾਡੇ ਉਰੇ ਸਰੀਏ ਦਾ ਪਨੀਰ ਵੀ ਬਹੁਤ ਅੱਛਾ ਵਿਕਦਾ ਹੈ ਤੇ ਗੋਇਲ ਜਿਊਲਰ ਵੀ ਬਹੁਤ ਅੱਛਾ ਹੈ ਸਾਡੇ। ਬਹੁਤ ਸੋਹਣਾ ਇਤਿਹਾਸ ਤੁਸੀਂ ਦੱਸਿਆ। ਹੋਰ ਗੱਲਬਾਤ ਕਰਨ ਦੇ ਲਈ ਵੀ ਸਾਡੇ ਨਾਲ ਜੁੜੇ ਨੇ ਮੁਕਰਮ ਜੀ, ਇਹਨਾਂ ਦਾ ਨਾਂ ਹੈ ਤੇ ਇਹਨਾਂ ਤੋਂ ਵੀ ਜਾਣਦੇ ਹਾਂ। ਪਹਿਲਾਂ ਦੇ ਟਾਈਮ 'ਚ ਦੇਖਿਆ ਜਾਵੇ ਮੋਤੀ ਬਾਜ਼ਾਰ ਹੈ ਜੋ ਪੁਰਾਣੀਆਂ ਇਮਾਰਤਾਂ ਆਪਾਂ ਦੇਖ ਰਹੇ ਹਾਂ 1901 ਦੇ ਵਿੱਚ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਇਸ ਦੀ ਸਥਾਪਨਾ ਹੋਈ ਸੀ ਤੇ ਹੁਣ ਜੇ ਗੱਲ ਕਰੀਏ 2022 ਚੱਲ ਰਿਹਾ ਹੈ ਤੇ ਇੰਨੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਤੁਸੀਂ ਆਪਣੀ ਅੱਖੀਂ ਦੇਖਿਆ ਹੈ? ਪੁਰਾਣੇ ਟਾਈਮ ਦੇ ਵਿੱਚ ਚਲੋ ਉਸ ਟਾਈਮ ਤੁਸੀਂ ਨਹੀਂ ਸੀਗੇ ਪਰ ਸੁਣਦੇ ਹੋਵੋਗੇ ਆਪਣੇ ਬੜਿਆਂ ਤੋਂ, ਹਨਾ, ਵੱਡੇ ਵਡੇਰੇ ਆਪਾਂ ਨੂੰ ਦੱਸਦੇ ਨੇ ਕਿ ਇਸ ਤਰ੍ਹਾਂ ਹੁੰਦਾ ਸੀ, ਆਹ ਥਾਂ ਤੇ ਇਹ ਚੀਜ਼ ਬਣੀ ਹੋਈ ਸੀ, ਆਹ ਥਾਂ ਤੇ ਇਹ ਚੀਜ਼ ਬਣੀ ਹੋਈ ਸੀ। ਦੇਖੋ ਗੱਲ ਇਹ ਹੈਗੀ ਹੈ, ਜਦੋਂ ਅਸੀਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਤਾਂ ਅਸੀਂ ਆਖੀ ਮੋਤੀ ਬਾਜ਼ਾਰ ਦੇ ਵਿੱਚ ਖੋਲੇ। ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਦਰਵਾਜ਼ਾ ਬਣਿਆ ਹੋਇਆ ਹੈ। ਦਰਵਾਜ਼ਾ ਜਿਹੜਾ ਹੈਗਾ ਉਹ ਦਰਵਾਜ਼ਾ ਮੋਤੀ ਬਾਜ਼ਾਰ ਦੇ ਅੰਦਰ ਮਲੇਰ ਵੱਲ ਨੂੰ ਜਾਂਦਾ ਹੈ। ਉੱਥੇ ਸਾਡਾ ਘਰ ਹੈਗਾ ਤੇ ਉਸ ਦਰਵਾਜ਼ੇ ਦੇ ਅੰਦਰ ਇੱਕ ਮਸਜਿਦ ਬਣੀ ਹੋਈ ਹੈ। ਮਸਜਿਦ ਦਾ ਇਤਿਹਾਸ ਜਿਹੜਾ ਹੈਗਾ ਉਹ 1857 ਦੇ ਵਿੱਚ ਉਹਦੀ ਸਥਾਪਨਾ ਜਿਹੜੀ ਕੀਤੀ ਗਈ ਸੀ ਮਸਜਿਦ ਦੀ, ਤੇ ਉਹ ਮਸਜਿਦ ਇਸ ਮੋਤੀ ਬਾਜ਼ਾਰ ਤੋਂ ਵੀ ਪਹਿਲਾਂ ਦੀ ਉਹ ਮਸਜਿਦ ਹੈ। ਔਰ ਉਸ ਤੋਂ ਬਾਅਦ ਇਹ ਮੋਤੀ ਬਾਜ਼ਾਰ ਦੀ ਜਿਹੜੀ ਸਥਾਪਨਾ ਹੋਈ ਹੈਗੀ ਹੈ। ਤੁਸੀਂ ਦੇਖੋ ਕਿ ਇੰਨਾ ਅੱਛਾ ਸ਼ਾਨਦਾਰ ਇੱਕ ਬਾਜ਼ਾਰ ਬਣਿਆ ਜਿਹਦੀ 122 ਸਾਲਾਂ ਬਾਅਦ ਵੀ ਅਸੀਂ ਅੱਜ ਗੱਲ ਕਰ ਰਹੇ ਹਾਂ। ਤੇ ਇਹ ਸਾਡਾ ਦੁਰਭਾਗ ਹੈ ਕਿ ਇਹ ਬਾਜ਼ਾਰ ਹੌਲੀ ਹੌਲੀ ਆਪਣੀ ਜਿਹੜੀ ਸ਼ਨਾਖਤ ਹੈ ਇਹ ਖੋ ਰਿਹਾ ਹੈ। ਤੇ ਇਹਦੇ ਨਾਲ ਹੀ ਜਿਵੇਂ ਪਹਿਲਾਂ ਜ਼ਮੀਰ ਜੀ ਨੇ ਗੱਲ ਕੀਤੀ ਹੈ ਤੇ ਇਹਦੇ ਨਾਲ ਹੀ ਲਾਲ ਬਾਜ਼ਾਰ ਹੈ। ਲਾਲ ਬਾਜ਼ਾਰ ਦਾ ਵੀ ਇੱਕ ਇਸੇ ਤਰ੍ਹਾਂ ਦਾ ਇਤਿਹਾਸ ਸੀ ਜਿਹੜਾ ਪੂਰਾ ਢਹਿ ਢੇਰੀ ਹੋ ਗਿਆ, ਉਹ ਪੂਰਾ ਪਰਿਵਰਤਿਤ ਹੋ ਗਿਆ। ਤੇ ਮੈਂ ਸਮਝਦਾ ਹਾਂ ਕਿ ਜਿਹੜਾ ਮਲੇਰਕੋਟਲੇ ਦਾ ਇਹ ਮੋਤੀ ਬਾਜ਼ਾਰ ਦਾ ਜਿਹੜਾ ਇਤਿਹਾਸ ਹੈ ਇਹਦੇ ਵਿੱਚ ਸਭ ਤੋਂ ਬੜੀ ਬਾਤ ਇਹ ਹੈ ਕਿ ਇਹਦੇ ਪਰ ਸਰਕਾਰ ਨੇ ਬਿਲਕੁਲ ਧਿਆਨ ਨਹੀਂ ਦਿੱਤਾ। ਪੁਰਾਤਤਵ ਜਿਹੜਾ ਸਾਡਾ ਵਿਭਾਗ ਹੈ ਉਹਨੇ ਵੀ ਇਸ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਅਗਰ ਜੇ ਉਹ ਇਸ ਵੱਲ ਧਿਆਨ ਦਿੰਦੇ ਤਾਂ ਸਾਡੀ ਜਿਹੜੀ ਹੈਗੀ ਲੋਕਲ ਐਡਮਿਨਿਸਟ੍ਰੇਸ਼ਨ ਹੈਗੀ ਜਿਹਨੂੰ ਆਪਾਂ ਕਮੇਟੀ ਕਹਿੰਦੇ ਆ ਉਹ ਇਹ ਗੱਲ ਦੀ ਨਾ ਇਜਾਜ਼ਤ ਦਿੰਦੀ ਤਾਂ ਅੱਜ ਇਹ ਬਾਜ਼ਾਰ ਜਿਹੜਾ ਤੁਸੀਂ ਦੇਖੋ ਕਿ ਖੇਰੂ ਖੇਰੂ ਹੋਇਆ, ਬਹੁਤ ਘੱਟ ਜਿਹੜੀ ਸਥਾਪਨਾ ਇਹਦੀ ਬਾਕੀ ਰਹੀ ਹੈਗੀ ਹੈ। ਇਹ ਸਾਨੂੰ ਇਸ ਬਾਤ ਦਾ ਹੈਗਾ ਕਿ ਅਗਰ ਜੇ ਸਾਡਾ ਜਿਹੜਾ ਕਮੇਟੀ ਦਾ ਸਿਸਟਮ ਜਾਂ ਸਾਡੀ ਜਿਹੜੀ ਸਰਕਾਰਾਂ ਦਾ ਸਿਸਟਮ ਹੈ ਇਹ ਸਹੀ ਹੁੰਦਾ ਤਾਂ ਅਸੀਂ ਇਸ ਬਾਜ਼ਾਰ ਦੀ ਜਿਹੜੀ ਹੋਂਦ ਹੈਗੀ ਹੈ ਉਹ ਅੱਜ ਵੀ ਇੱਥੇ ਤੁਸੀਂ ਬਰਕਰਾਰ ਦੇਖਦੇ। ਬਟ ਇਹ ਹੈਗਾ ਕਿ ਵਕਤ ਦੇ ਨਾਲ ਨਾਲ ਇੰਨਾ ਪਰਿਵਰਤਨ ਹੋ ਗਿਆ ਕਿ ਜ਼ਿਆਦਾਤਰ ਹਿੱਸਾ ਇਹਦਾ ਡਿਮੋਲਿਸ਼ ਹੋ ਚੁੱਕਿਆ ਹੈਗਾ। ਤਾਂ ਸਾਨੂੰ ਫਿਕਰ ਇਸ ਗੱਲ ਦੀ ਹਾਲੇ ਵੀ ਕਰਨੀ ਚਾਹੀਦੀ, ਜਿਹੜਾ ਇਹ ਹਾਲੇ ਵੀ ਬਚਿਆ ਹੋਏਗਾ ਇਸ ਨੂੰ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਇਸ ਦੀ ਸਾਨੂੰ ਕਦਰ ਨਹੀਂ ਹੈਗੀ ਹੈ, ਮਲੇਰਕੋਟਲਾ ਵਾਸੀਆਂ ਨੂੰ ਇਸ ਦੀ ਕਦਰ ਨਹੀਂ ਹੈ, ਜਦ ਕਿ ਇਹਦੇ ਚਰਚੇ ਬਾਲੀਵੁੱਡ ਤੱਕ ਹਨ। ਦੁਨੀਆ ਭਰ ਦੇ ਵਿੱਚ ਜਿੱਥੇ ਵੀ ਫਿਲਮਾਂ ਬਣਦੀਆਂ ਨੇ, ਇਤਿਹਾਸ ਬਣਦੇ ਨੇ, ਤਾਂ ਇਹ ਚੌਂਕ ਜਿਹੜਾ ਆਪਣੀ ਥੋੜੀ ਬਹੁਤ ਸ਼ਨਾਖਤ ਵਾਲੇ ਬਾਕੀ ਰੱਖਿਆ ਹੋਇਆ ਹੈਗਾ ਤੇ ਇਹ ਸ਼ਨਾਖਤ ਨੂੰ ਜਿਹੜਾ ਹੈਗਾ ਉਹ ਮਹਿਸੂਸ ਕਰਦੇ ਨੇ ਕਿ ਵਾਕਿਅਤਨ ਆਪਣੇ ਆਪ ਦੇ ਵਿੱਚ ਇੱਕ ਵਿਲੱਖਣਤਾ ਇਹਦੀ ਪਹਿਚਾਣ ਹੈ, ਵਿਲੱਖਣਤਾ ਇਹਦੀ ਜਿਹੜੀ ਦਿਸ ਹੈ। ਔਰ ਇਸ ਦੇ ਨਾਲ ਨਾਲ ਮੈਂ ਸਮਝਦਾ ਇੱਕ ਮਲੇਰ ਦੇ ਅੰਦਰ ਇਸੇ ਬਿਲਕੁਲ ਦਿਸ਼ਾ ਦੇ ਅੰਦਰ ਅਬਦੁਲ ਸਤਾਰ ਸਾਹਿਬ ਦਾ ਮਕਾਨ ਸੀਗਾ ਜਿੱਥੇ ਅੱਜ ਨਿਰਾਲਾ ਸਵੀਟਸ ਹੈ ਮੌਜੂਦ, ਉਹ ਬਿਲਕੁਲ ਢਹਿ ਢੇਰੀ ਹੋ ਗਿਆ, ਬਿਲਕੁਲ ਚੇਂਜ ਹੋ ਗਿਆ। ਬਿਲਕੁਲ ਇਹੀ ਤਰਜ਼ ਦੇ ਉੱਪਰ ਬਣਿਆ ਸੀਗਾ ਸ਼ਹਿਰ ਦੇ ਅੰਦਰ 1901 ਦੇ ਵਿੱਚ, ਜਾਂ ਇਹ ਬਣਿਆ ਸੀਗਾ ਔਰ ਜਾਂ 1901 ਦੇ ਵਿੱਚ ਉਹ ਬਾਜ਼ਾਰ ਦੇ ਅੰਦਰ ਇੱਕ ਜਿਹੜੀ ਇਸ ਵੇਲੇ ਨਿਰਾਲਾ ਸਵੀਟ ਅੰਦਰ ਮੌਜੂਦ ਹੈਗੀ ਹੈ ਉਹ ਵੀ ਬਿਲਕੁਲ ਸੇਮ ਦਿਸ ਉਹਦੀ ਸੀਗੀ। ਔਰ ਇਸ ਤੋਂ ਪਹਿਲਾਂ ਮੈਂ ਸਮਝਦਾ ਜਿਹੜੀ ਆਵਾਜ਼ ਆ ਰਹੀ ਹੈ ਮਸਜਿਦ ਦੇ ਵਿੱਚੋਂ, ਇਹ ਮਸਜਿਦ 1857 ਦੇ ਵਿੱਚ ਇਹ ਇਸ ਬਾਜ਼ਾਰ ਤੋਂ ਵੀ ਪਹਿਲਾਂ ਇਹ ਬਣੇ ਸੀ ਔਰ ਗੇਟ ਇਹ ਬਾਅਦ ਦੇ ਵਿੱਚ ਬਣਿਆ ਜਿਹੜਾ ਸਾਹਮਣੇ ਤੁਸੀਂ ਗੇਟ ਦੇਖ ਰਹੇ ਹੋ। ਇੱਕ ਪੁਰਾਣੇ ਟਾਈਮ ਦੀ ਗੱਲ ਕਰੀਏ ਨਵਾਬ ਦੇ ਟਾਈਮ ਦੀ, ਜਦੋਂ ਮਲੇਰਕੋਟਲੇ ਦਾ ਨਵਾਬ ਹੁੰਦਾ ਸੀਗਾ ਉਸ ਟਾਈਮ ਇਸ ਬਾਜ਼ਾਰ ਦੀ ਕੀ ਸ਼ਾਨ ਹੁੰਦੀ ਸੀਗੀ? ਦੇਖੋ ਜਿਹੜਾ ਮਲੇਰਕੋਟਲੇ ਦੇ ਨਵਾਬ ਸਾਹਿਬ ਦੇ ਟਾਈਮ ਇਹ ਮਸਜਿਦ ਜਿਹੜਾ ਇਹ ਬਾਜ਼ਾਰ ਦੀ ਜਿਹੜੀ ਸ਼ਾਨ ਹੁੰਦੀ ਸੀ, ਬਾਜ਼ਾਰ ਇਹ ਸਭ ਤੋਂ ਖੂਬਸੂਰਤ ਇੱਥੇ ਨਹੀਂ ਕਿ ਮਲੇਰਕੋਟਲੇ ਦੇ ਨਾਲ ਵਸਦਾ ਜਿਹੜਾ ਹੈਗਾ ਸਾਡੇ ਅਹਿਮਦਗੜ੍ਹ ਦਾ ਇਲਾਕਾ ਹੈਗਾ, ਨਾਲ ਵਸਦਾ ਸਾਡੇ ਸੰਗਰੂਰ ਦਾ ਇਲਾਕਾ ਹੈਗਾ, ਨਾਲ ਵਸਦਾ ਸਾਡੇ ਧੂਰੀ ਦਾ ਇਲਾਕਾ ਹੈਗਾ, ਨਾਲ ਵਸਦਾ ਸਾਡੇ ਨਾਭੇ ਦਾ ਇਲਾਕਾ, ਈਵਨ ਪਟਿਆਲੇ ਦੀ ਜਿਹੜੀ ਬਾਰਾਦਰੀ ਸੀ ਉਸ ਤੋਂ ਵੀ ਸੋਹਣੀ ਦਿਸ
ਇਸ ਬਾਜ਼ਾਰ ਦੀ ਸੀਗੀ ਔਰ ਬਹੁਤ ਰੌਣਕ ਹੁੰਦੀ ਸੀਗੀ। ਮੈਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੈਗਾ ਕਿ ਇਸ ਦੇ ਵਿੱਚ ਇੱਕ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਸੀਗੀਆਂ ਉਹ ਕੱਪੜੇ ਦੀਆਂ ਕਾਫੀ ਦੁਕਾਨਾਂ ਇਹਦੇ ਵਿੱਚ ਹੁੰਦੀਆਂ ਸੀ, ਬਰਤਨਾਂ ਦੀਆਂ ਦੀ ਕਾਫੀ ਬਰਤਨਾਂ ਦੀ ਦੁਕਾਨਾਂ ਤਾਂ ਅੱਜ ਵੀ ਮੌਜੂਦ ਨੇ ਤੇ ਕੱਪੜੇ ਦੀ ਦੁਕਾਨਾਂ ਖਾਸ ਤੌਰ ਪਰ ਜੁੱਤੀਆਂ ਦੀਆਂ ਦੁਕਾਨਾਂ ਔਰ ਇੱਕ ਹੋਰ ਜਿਹੜਾ ਹੈਗਾ ਰਾਸ਼ਨ ਦੀਆਂ ਜਿਹੜੀਆਂ ਵੱਡੀਆਂ ਦੁਕਾਨਾਂ ਇਸੇ ਬਾਜ਼ਾਰ ਦੇ ਵਿੱਚ ਹੁੰਦੀਆਂ ਸੀ। ਸ਼ਹਿਰ ਦੇ ਅੰਦਰ ਅਗਰਚੇ ਕੋਈ ਵੀ ਕਿਸੇ ਕਿਸਮ ਦਾ ਕੋਈ ਸ਼ਾਹੀ ਸਵਾਰੀ ਨੇ ਲੰਘਣਾ ਸੀ ਤਾਂ ਭਾਵੇਂ ਕਿ ਨਵਾਬ ਸਾਹਿਬ ਦਾ ਮਹਿਲ ਇੱਥੋਂ ਸ਼ੀਸ਼ ਮਹਿਲ ਦੂਰ ਹੈਗਾ ਔਰ ਮੁਬਾਰਕ ਮੰਜ਼ਿਲ ਇੱਥੋਂ ਕਾਫੀ ਦੂਰ ਹੈਗੀ ਹੈ, ਮਗਰ ਜਦੋਂ ਕੋਈ ਮਹਿਮਾਨ ਆਉਂਦਾ ਸੀਗਾ ਸ਼ਹਿਰ ਦੇ ਅੰਦਰ ਤਾਂ ਨਵਾਬ ਸਾਹਿਬ ਉਸ ਮਹਿਮਾਨ ਨੂੰ ਇਸੇ ਬਾਜ਼ਾਰ ਦੇ ਵਿੱਚ ਦੀ ਲੈ ਕੇ ਲੰਘਦੇ ਸੀਗੇ। ਇਹ ਸਾਨੇ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੈਗਾ ਔਰ ਭਿੰਨ ਹੋਰ ਕਈ ਸਮਾਗਮ ਜਿਹੜੇ ਸ਼ਹਿਰ ਦੇ ਵਿੱਚ ਕਿਉਂਕਿ ਪਹਿਲਾਂ ਤੋਂ ਮੌਜੂਦ ਸੀਗੇ ਤੇ ਬਾਬਾ ਆਤਮਾ ਰਾਮ ਦਾ ਡੇਰਾ, ਬਾਬਾ ਜੀ ਆਤਮਾ ਰਾਮ ਜੀ ਇੱਥੇ ਮਲੇਰਕੋਟਲੇ ਦੀ ਵੀ ਹੋਣ ਤੋਂ ਪਹਿਲਾਂ ਇੱਥੇ ਦੱਸਿਆ ਜਾਂਦਾ ਹੈਗਾ ਕਿ ਮੌਜੂਦ ਸੀਗੇ ਤੇ ਬਾਬਾ ਆਤਮਾ ਰਾਮ ਨੂੰ ਜਾਣ ਵਾਲੇ ਜਿਹੜੇ ਸ਼ਰਧਾਲੂ ਸੀਗੇ ਜਾਂ ਉਹਨਾਂ ਦੇ ਤੱਕ ਹਰ ਸਾਲ ਜਿਹੜਾ ਦੁਸ਼ਹਿਰੇ ਦੇ ਪਰਵ ਦੇ ਉੱਪਰ ਜਾਣ ਵਾਲੀ ਜਿਹੜੀ ਸਵਾਰੀ ਹੁੰਦੀ ਸੀ ਉਹ ਸਾਰਾ ਕੁਝ ਇੱਧਰ ਦੀ ਹੀ ਜਾਂਦਾ ਸੀਗਾ ਔਰ ਬੜਾ ਹੁਣ ਵੀ ਜਾਂਦਾ ਹੈਗਾ, ਮਗਰ ਉਸ ਵੇਲੇ ਇੱਕ ਵਿਲੱਖਣਤਾ ਇਹਦੀ ਬੜੀ ਅੱਛੀ ਖੂਬਸੂਰਤੀ ਔਰ ਬਹੁਤ ਅੱਛੀ ਅਸੀਂ ਸੁਣਦੇ ਆਪਣੇ ਬਜ਼ੁਰਗਾਂ ਤੋਂ ਕਿ ਦੂਰੋਂ ਪਿੰਡਾਂ ਤੋਂ ਵੀ ਲੋਕ ਉਦੋਂ ਆਉਂਦੇ ਸੀਗੇ ਜਦੋਂ ਇਹ ਬਾਜ਼ਾਰ ਸਜਦਾ ਸੀਗਾ, ਕੋਈ ਸ਼ਾਹੀ ਸਵਾਰੀ ਨੇ ਲੰਘਣਾ ਹੁੰਦਾ ਸੀਗਾ। ਬਿਲਕੁਲ ਅਸੀਂ ਆ ਦੇਖ ਰਹੇ ਹਾਂ, ਜਿਸ ਤਰ੍ਹਾਂ ਤੁਸੀਂ ਕਹਾ ਗੇਟ ਦੀ ਗੱਲ ਕੀਤੀ ਹੈ, ਇਹ ਕਿਹੜਾ ਦਰਵਾਜ਼ਾ ਵੱਜਦਾ ਹੈ? ਇਹ ਮਲੇਰ ਵਾਲਾ ਦਰਵਾਜ਼ਾ ਹੈਗਾ। ਸ਼ਹਿਰ ਦੇ ਵਿੱਚ ਵੱਖ-ਵੱਖ ਕਈ ਦਰਵਾਜ਼ੇ ਆਪਣੇ ਟਾਈਮ ਦੇ ਵਿੱਚ ਨਵਾਬ ਸਾਹਿਬ ਨੇ ਬਣਾਏ ਸੀਗੇ ਤਾਂ ਇਹ ਦਰਵਾਜ਼ਾ ਮਲੇਰ ਵਾਲਾ ਦਰਵਾਜ਼ਾ ਹੈਗਾ। ਇਹ ਬਹੁਤ ਪੁਰਾਣਾ ਇਹਦਾ ਇਤਿਹਾਸ ਹੈਗਾ, ਮਗਰ ਇਸ ਤੋਂ ਵੀ ਪੁਰਾਣਾ ਮੈਂ ਤੁਹਾਨੂੰ ਬਾਅਦ ਫਿਰ ਵੀ ਕਹਾਂਗਾ ਕਿ ਅੰਦਰ ਇੱਕ ਮਸਜਿਦ ਹੈਗੀ ਹੈ। ਮਸਜਿਦ ਹਾਲਾਂਕਿ ਹੁਣ ਉਹ ਮਸਜਿਦ ਦੁਬਾਰਾ ਤੋਂ ਤਾਮੀਰ ਉਹਦੀ ਕਰ ਦਿੱਤੀ ਗਈ ਹੈਗੀ ਹੈ ਤੇ 1857 ਦੇ ਵਿੱਚ ਉਹ ਮਸਜਿਦ ਦੀ ਤਾਮੀਰ ਹੋਈ ਸੀ ਬਾਜ਼ਾਰ ਤੋਂ ਵੀ ਪਹਿਲਾਂ। ਸੋ ਬਿਲਕੁਲ ਗੱਲਬਾਤ ਜਿਹੜੀ ਆਪਾਂ ਕੀਤੀ ਹੈ ਇੱਥੋਂ ਦੇ ਹੀ ਰਹਿਣ ਵਾਲਿਆਂ ਨਾਲ, ਮਲੇਰਕੋਟਲਾ ਵਾਸੀਆਂ ਦੇ ਨਾਲ, ਜਿਨ੍ਹਾਂ ਨੇ ਸਾਨੂੰ ਇਸ ਖੂਬਸੂਰਤ ਸ਼ਹਿਰ ਦੇ ਇਤਿਹਾਸ ਦੇ ਨਾਲ ਵੀ ਰੂਬਰੂ ਕਰਵਾਇਆ ਹੈ। ਏਕੇ ਦੇ ਨਾਲ ਜਿਹੜਾ ਯੂਨਿਟੀ ਬਹੁਤ ਹੈ ਇਸ ਸ਼ਹਿਰ ਦੇ ਵਿੱਚ ਦਿਖਾਇਆ ਹੈ ਤੁਹਾਨੂੰ ਕਿ ਜਿਹੜਾ ਇਹ ਮੇਨ ਚੌਕ ਵੱਜਦਾ ਹੈ, ਮੋਤੀ ਬਾਜ਼ਾਰ ਦਾ ਇਹ ਚੌਕ ਹੈ। ਜੇ ਤੁਸੀਂ ਇਹਦੀ ਇਸ ਸਾਈਡ ਨੂੰ ਜਾਂਦੇ ਹੋ ਤਾਂ ਜਿਹੜਾ ਤੁਹਾਨੂੰ ਲਾਲ ਬਾਜ਼ਾਰ, ਗੁੜ ਬਾਜ਼ਾਰ ਹੈ ਜਿਹੜਾ ਇੱਧਰ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਇੱਧਰ ਸਾਰਾ ਭਾਂਡਿਆਂ ਵਾਲਾ ਬਾਜ਼ਾਰ ਹੈ, ਭਾਂਡਿਆਂ ਦੀਆਂ ਦੁਕਾਨਾਂ ਦੇਖ ਸਕਦੇ ਹੋ। ਪਰ ਖਾਸ ਗੱਲਬਾਤ ਜਿਹੜੀ ਇੱਥੇ ਦੇਖਣ ਵਾਲੀ ਹੈ, ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਭਾਂਡਿਆਂ ਵਾਲੀਆਂ ਦੁਕਾਨਾਂ ਨੇ, ਸਾਰੀਆਂ ਬਾਜ਼ਾਰ ਦੀਆਂ ਦੁਕਾਨਾਂ ਨੇ, ਉਹਨਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇਮਾਰਤਾਂ ਨੇ ਖਾਸ ਤੌਰ ਤੇ ਉਹ ਪੁਰਾਣੇ ਟਾਈਮ ਦੀਆਂ ਨੇ ਇਮਾਰਤਾਂ, ਨਵਾਬ ਦੇ ਟਾਈਮ ਦੀਆਂ, ਜਿਹੜਾ ਮਲੇਰਕੋਟਲੇ ਦਾ ਨਵਾਬ ਹੁੰਦਾ ਸੀ, ਨਵਾਬ ਦੇ ਟਾਈਮ ਦੀਆਂ ਦੁਕਾਨਾਂ ਨੇ ਜਿਨ੍ਹਾਂ ਦੀ ਤਮੀਰ ਹੁਣ ਤੱਕ ਆਪਾਂ ਦੇਖ ਸਕਦੇ ਹਾਂ ਕਿ ਹੁਬਹੂ ਉਸ ਤਰ੍ਹਾਂ ਹੀ ਹੈ। ਦੁਕਾਨਾਂ ਦੀ ਬਣਾਵਟ ਹੈ, ਜਿਹੜੀਆਂ ਉੱਪਰਲੀਆਂ ਇਮਾਰਤਾਂ ਨੇ ਉਹਨਾਂ ਦੀਆਂ ਬਣਾਵਟ ਹੈ ਜਿਹੜੀ ਉਸ ਤਰ੍ਹਾਂ ਹੀ ਹੈ। ਸੋ ਇਹ ਵੀ ਕਿਹਾ ਜਾਂਦਾ ਸੀਗਾ ਪਹਿਲਾਂ ਦੇ ਟਾਈਮ 'ਚ ਕਿ ਜਦੋਂ ਦੁਕਾਨਾਂ ਨੀਚੇ ਬਣਾਉਣੀਆਂ ਹੁੰਦੀਆਂ ਸੀਗੀਆਂ, ਜਿਸ ਤਰ੍ਹਾਂ ਹੁਣ ਤੁਸੀਂ ਦੇਖ ਸਕਦੇ ਹੋ ਪੂਰੇ ਬਾਜ਼ਾਰ ਦੇ ਵਿੱਚ ਭਾਂਡਿਆਂ ਵਾਲੀਆਂ ਦੁਕਾਨਾਂ ਸਜੀਆਂ ਹੋਈਆਂ ਨੇ, ਤੇ ਜਦੋਂ ਇਹ ਦੁਕਾਨਾਂ ਬਣਾਉਣੀਆਂ ਹੁੰਦੀਆਂ ਸੀ ਪਹਿਲਾਂ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਸੀ, ਪਰਮਿਸ਼ਨ ਲੈ ਕੇ ਜਿਹੜੀਆਂ ਦੁਕਾਨਾਂ ਬਣਾਈਆਂ ਜਾਂਦੀਆਂ ਸੀ। ਤੇ ਉਦੋਂ ਇਹ ਵੀ ਕਿਹਾ ਜਾਂਦਾ ਸੀ ਖਾਸ ਤੌਰ ਤੇ ਕਿ ਜਿਹੜਾ ਉੱਪਰਲੀਆਂ ਜਿਹੜੀਆਂ ਇਮਾਰਤਾਂ ਨੇ ਉਹਨਾਂ ਦੇ ਨਾਲ ਛੇੜਛਾੜ ਨਾ ਕੀਤੀ ਜਾਵੇ, ਉਹਨਾਂ ਦਾ ਰੰਗ ਨਾ ਬਦਲਿਆ ਜਾਵੇ। ਜੇ ਤੁਸੀਂ ਆਪਣੀਆਂ ਦੁਕਾਨਾਂ ਨੂੰ ਕਲਰ ਵੀ ਕਰਵਾਉਣਾ ਤਾਂ ਉਹ ਵੀ ਲਾਲ ਰੰਗ ਦਾ ਹੀ ਹੋਣਾ ਚਾਹੀਦਾ। ਇਹ ਮੋਤੀ ਬਾਜ਼ਾਰ ਦੀ ਖਾਸੀਅਤ ਤੁਹਾਨੂੰ ਹੋਰ ਦੱਸ ਦਿੰਦੇ ਆ ਕਿ ਬਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਇਸ ਬਾਜ਼ਾਰ ਦੇ ਬਹੁਤ ਚਰਚੇ ਨੇ। ਇਹ ਉਹ ਮੇਨ ਬਾਜ਼ਾਰ ਹੈ ਜਿੱਥੇ ਹਰ ਇੱਕ ਫਿਲਮ ਦੀ ਜੇ ਤੁਹਾਨੂੰ ਪਾਕਿਸਤਾਨੀ ਲੁੱਕ ਲੈਣੀ ਹੁੰਦੀ ਸੀ ਫਿਲਮ ਦੀ ਤਾਂ ਇੱਥੇ ਸ਼ੂਟਿੰਗ ਕਰਨ ਖਾਸ ਤੌਰ ਤੇ ਜਿਹੜੇ ਨੇ ਬਾਲੀਵੁੱਡ ਤੋਂ ਬਾਲੀਵੁੱਡ ਤੱਕ ਦੇ ਸਿਤਾਰੇ ਇੱਥੇ ਆਉਂਦੇ ਸੀ। ਰਾਜ਼ੀ ਫਿਲਮ ਦੀ ਗੱਲ ਕਰੀਏ ਤਾਂ ਆਲੀਆ ਭੱਟ ਇੱਥੇ ਸ਼ੂਟਿੰਗ ਕਰਨ ਆਈ ਸੀ, ਤਾਂ ਉਹ ਮੇਨ ਬਾਜ਼ਾਰ ਹੈ ਜਿੱਥੇ ਇਹ ਭਾਂਡਿਆਂ ਵਾਲੇ ਬਾਜ਼ਾਰ ਦੇ ਵਿੱਚ ਆਲੀਆ ਭੱਟ ਨੇ ਸ਼ੂਟਿੰਗ ਕੀਤੀ ਸੀ। ਤੇ ਇਹ ਉਹੀ ਚੌਕ ਹੈ, ਉਹੀ ਚੌਰਾਹਾ ਹੈ ਜਿੱਥੇ ਸੈਫ ਅਲੀ ਖਾਨ ਤੇ ਕੈਟਰੀਨਾ ਕੈਫ ਨੇ ਫੈਂਟਮ ਫਿਲਮ ਦੀ ਸ਼ੂਟਿੰਗ ਕੀਤੀ ਸੀ। ਮਲੇਰ ਦਾ ਦਰਵਾਜ਼ਾ ਜੋ ਤੁਹਾਨੂੰ ਦਿਖਾਇਆ ਗਿਆ ਹੈ, ਇਸ ਦਰਵਾਜ਼ੇ ਦੇ ਅੰਦਰ ਹੈ ਜਿਹੜੀ ਸੈਫ ਅਲੀ ਖਾਨ ਤੇ ਕੈਟਰੀਨਾ ਕੈਫ ਨੇ ਫੈਂਟਮ ਫਿਲਮ ਦੀ ਸ਼ੂਟਿੰਗ ਕੀਤੀ ਸੀ। ਪਾਕਿਸਤਾਨੀ ਕਲਚਰ ਦਿੱਤਾ ਗਿਆ ਸੀ। ਪਾਕਿਸਤਾਨੀ ਕਲਚਰ ਇਸ ਸ਼ਹਿਰ ਨੂੰ ਇਸ ਕਰਕੇ ਦਿੱਤਾ ਜਾਂਦਾ ਹੈ ਕਿ ਤੰਗ ਗਲੀਆਂ ਨੇ, ਤੰਗ ਜਿਹੜਾ ਇਸ ਏਰੀਆ ਵਾ ਇਹ ਪੁਰਾਣੇ ਸਮੇਂ ਨੂੰ ਦਰਸਾਉਂਦਾ ਹੈ। ਸੋ ਬੜਾ ਹੀ ਖੂਬਸੂਰਤ ਇਤਿਹਾਸ ਜੁੜਿਆ ਹੋਇਆ ਹੈ। ਪਰ ਇੱਕ ਗੱਲ ਹੋਰ ਜਿਹੜੀ ਇੱਥੇ ਦੀ ਸਾਹਮਣੇ ਆ ਰਹੀ ਹੈ ਕਿ ਜੇਕਰ ਇਹਨਾਂ ਇਮਾਰਤਾਂ ਦੀ ਸਾਂਭ ਸੰਭਾਲ ਕਰ ਲਈ ਜਾਵੇ ਤਾਂ ਅੱਜ ਇਹ ਖੂਬਸੂਰਤ ਸ਼ਹਿਰ ਹੋਰ ਵੀ ਖੂਬਸੂਰਤ ਹੋਵੇ ਤੇ ਲੋਕ ਜਿਹੜੇ ਇੱਥੋਂ ਦੀ ਹਿਸਟਰੀ ਦੇਖਣ ਆਉਂਦੇ ਨੇ ਤੇ ਉਹ ਖਾਸ ਤੌਰ ਤੇ ਸਪੈਸ਼ਲ ਹਿਸਟਰੀ ਦੇਖਣ ਆਉਣ। ਏਕਤਾ ਦੇ ਲਈ ਬਹੁਤ ਮਸ਼ਹੂਰ ਹੈ ਮਲੇਰਕੋਟਲਾ ਸ਼ਹਿਰ, ਏਕਾ ਦੇਖਿਆ ਜਾਂਦਾ ਹੈ। ਲੋਕ ਕਹਿ ਦਿੰਦੇ ਨੇ ਮੁਸਲਮਾਨਾਂ ਦਾ ਸ਼ਹਿਰ ਹੈ, ਮੁਸਲਿਮ ਜ਼ਿਆਦਾ ਤਾਦਾਦ ਦੇ ਵਿੱਚ ਰਹਿੰਦੇ ਨੇ। ਤਾਂ ਮੈਂ ਨੌਲੇਜ ਦੇ ਵਿੱਚ ਇੱਕ ਗੱਲ ਤੁਹਾਡੇ ਮਾਧਿਅਮ ਰਾਹੀਂ ਕਰ ਦੇਣਾ ਚਾਹਣੀ ਆ ਕਿ ਇੱਥੇ ਯੂਨਿਟੀ ਕਿਸ ਤਰ੍ਹਾਂ ਦੀ ਹੈ। ਸਿਰਫ ਮੁਸਲਿਮ ਹੀ ਰਹਿੰਦੇ ਨੇ ਕਿ ਹਿੰਦੂ, ਸਿੱਖ, ਈਸਾਈ ਸਾਡੇ ਸਾਰੇ ਵੀਰ ਭਾਈ ਨੇ ਜਿਹੜੇ ਇੱਥੇ ਰਹਿੰਦੇ? ਹਾਂਜੀ ਬਿਲਕੁਲ, ਪਹਿਲਾਂ ਤਾਂ ਮੈਂ ਸਵਾਗਤ ਕਰਦਾ ਜੀ ਤੁਹਾਡਾ ਇਸ ਮੋਤੀ ਬਾਜ਼ਾਰ ਚੌਂਕ ਤੇ ਸਾਡੀ ਯੂਨਿਟੀ ਤਾਂ ਇਹ ਹੈ। ਮੇਰਾ ਨਾਮ ਮੁਹੰਮਦ ਅਜ਼ਹਰ ਹੈ ਕਿ ਆ ਰਾਹੁਲ ਜੀ ਖੜੇ ਨੇ, ਰਾਹੁਲ ਕੁਮਾਰ ਮੇਰਾ ਬ੍ਰਦਰ ਹੈ ਛੋਟਾ। ਮੇਰਾ ਨਾਮ ਮੁਹੰਮਦ ਅਜ਼ਹਰ ਹੈ। ਸਾਡਾ ਇੱਥੇ ਸਦੀਆਂ ਤੋਂ ਪਹਿਲਾਂ ਤੋਂ ਹੀ ਪਿਆਰ ਚੱਲਿਆ ਆ ਰਿਹਾ। ਇਹ ਸ਼ਾਪ ਇਹਨਾਂ ਦੀ ਆ ਮੇਰੀ ਹੈ। ਸਾਹਮਣੇ ਡਾਕਟਰ ਸੰਦੀਪ ਗੈਰਾ ਜੀ ਨੇ, ਉਧਰ ਤੇਜਿੰਦਰ ਸਿੰਘ ਮਿੰਟੂ ਜੀ ਨੇ। ਅਸੀਂ ਸਾਰੇ ਹੀ ਚਿਰਾਂ ਤੋਂ ਇੱਕ ਦੂਜੇ ਦੇ ਸਹਾਏ ਆ। ਜੇ ਅਸੀਂ ਰੋਜ਼ੇ ਰੱਖਦੇ ਆ ਤਾਂ ਰਾਹੁਲ ਹੋਣੀ ਖਲਵਾਉਂਦੇ ਨੇ,
ਜੇ ਇਹ ਦੀਵਾਲੀ ਦੀ ਆਰਤੀ 'ਚ ਕਰਦੇ ਨੇ ਤਾਂ ਸਾਨੂੰ ਬੁਲਾਇਆ ਜਾਂਦਾ ਹੈ। ਇੱਥੇ ਮਲੇਰਕੋਟਲੇ ਦੀ ਮੈਨੂੰ ਨਹੀਂ ਪਤਾ ਬਾਹਰ ਕਿੱਦਾਂ ਦੀਆਂ ਗੱਲਾਂ ਨੇ, ਪਰ ਇੱਥੇ ਦਾ ਮਾਹੌਲ ਸਦੀਆਂ ਤੋਂ ਹਰ ਤਰ੍ਹਾਂ ਦੇ ਨਾਲ ਭਰਪੂਰ ਮੁਹੱਬਤ ਵਾਲਾ ਹੈ। ਤੋ ਇਹ ਮੁਹੱਬਤ ਨੂੰ ਅੱਲਾਹ ਪਾਕ ਕਿਸੇ ਦੀ ਨਜ਼ਰ ਨਾ ਲਾਵੇ। ਏਕਤਾ ਦੀ ਮਿਸਾਲ ਤੁਸੀਂ ਇੱਥੇ ਹੀ ਦੇਖ ਸਕਦੇ ਹੋ ਕਿ ਇਹ ਵੀ ਰਾਹੁਲ ਹੈ ਤੇ ਅਜ਼ਰ ਜੀ ਨੇ, ਮੁਹੰਮਦ ਅਜ਼ਰ ਜੀ, ਤੇ ਦਿਖਾ ਰਹੇ ਨੇ ਕਿ ਕਿਸ ਤਰ੍ਹਾਂ ਇਹਨਾਂ ਦੀ ਯੂਨਿਟੀ ਹੈ। ਜੇ ਰੋਜ਼ੇ ਰੱਖਦੇ ਨੇ ਤਾਂ ਖੁਲਵਾਉਂਦੇ ਹੋ ਨੇ। ਸੋ ਬੇਸਿਕਲੀ ਇਹੀ ਚੀਜ਼ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਸ਼ਹਿਰ ਦੇ ਵਿੱਚ ਜਿੱਥੇ ਇਤਿਹਾਸ ਬਹੁਤ ਨੇ ਉੱਥੇ ਯੂਨਿਟੀ, ਪਿਆਰ ਇੱਕ ਦੂਜੇ ਦੇ ਲਈ ਬਹੁਤ ਹੈ। ਆਪਸੀ ਭਾਈਚਾਰੇ ਦਾ ਪ੍ਰਤੀਕ ਹੈ ਜਿਹੜਾ ਇਹ ਸ਼ਹਿਰ ਹੈ। ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਵੀਰ ਭਾਈਆਂ ਦੇ ਵਿੱਚ ਬਹੁਤ ਜ਼ਿਆਦਾ ਇੱਥੇ ਪਿਆਰ ਹੈ। ਸੋ ਅੱਜ ਦੀ ਖਾਸ ਰਿਪੋਰਟ ਦੇ ਵਿੱਚ ਬਸ ਇੰਨਾ ਕਿ ਬਹੁਤ ਸਾਰੇ ਇਤਿਹਾਸਾਂ ਦੇ ਨਾਲ ਤੁਹਾਨੂੰ ਅੱਗੇ ਵੀ ਜਿਹੜਾ ਇਹ ਰੂਬਰੂ ਕਰਵਾਵਾਂਗੇ। ਵੱਖ-ਵੱਖ ਥਾਵਾਂ ਨੇ ਜਿਹੜੀਆਂ ਮਲੇਰਕੋਟਲਾ ਸ਼ਹਿਰ ਦੀਆਂ, ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਵੱਖ-ਵੱਖ ਇਤਿਹਾਸ ਨੇ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ, ਉਹਨਾਂ ਦੇ ਨਾਲ ਵੀ ਤੁਹਾਨੂੰ ਰੂਬਰੂ ਕਰਵਾਵਾਂਗੇ। ਸੋ ਵੀਡੀਓ ਤੁਹਾਨੂੰ ਅੱਛਾ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਮੇਰੇ ਸਹਿਯੋਗੀ ਹਰਜੀਤ ਸਿੰਘ ਦੇ ਨਾਲ ਆਰਸੂ ਸ਼ੇਖ, ਦ ਸਮਰ ਨਿਊਜ਼।